ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਜਮਪੁਰ ਗਿਆ ਪੁਕਾਰ ਸੁਣ, ਵਿਲ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓਨ, ਸਭਨਾਂ ਦੀ ਕਰ ਬੰਦ ਖਲਾਸੀ। ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਿਨਾਸੀ। ਗਹਿਣੇ ਧਰਿਓਨ ਇੱਕ ਨਾਉ, ਪਾਪਾਂ ਨਾਲ ਕਰੈ ਨਿਰਜਾਸੀ। ਪਾਸੰਗ ਪਾਪ ਨ ਪੁੱਜਨੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਨਰਕਹੁ ਛੁਟੇ ਜੀ ਜੰਤ, ਕੱਟੀ ਗਲਹੋਂ ਸਿਲਕ ਜਮ ਫਾਸੀ। ਮੁਕਤ ਜੁਗਤ ਨਾਵੈ ਦੀ ਦਾਸੀ, ਮੁਕਤ ਜੁਗਤ ਨਾਵੈ ਦੀ ਦਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਦੀਨਾ ਬੰਧੂ। ਜੋਤੀ ਸਵੈ ਰੂਪ ਗੁਰਗੱਦੀ ਤੇ ਬਿਰਾਜਮਾਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਵਿਚਾਰ ਦੇ ਨਾਲ ਜੁੜੀਏ। 10ਵੀਂ ਵਾਰ ਦੇ ਵਿੱਚੋਂ 5ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। 10ਵੀਂ ਵਾਰ ਦੇ ਵਿੱਚ ਭਗਤਾਂ ਦਾ ਜੀਵਨ, ਕਿਵੇਂ ਉਹਨਾਂ ਨੇ ਗੁਰਮੁਖ ਪਦਵੀ ਪਾਈ, ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਪਹਿਲਾਂ ਸਤਿਯੁਗ ਦੇ ਭਗਤਾਂ ਦਾ ਜ਼ਿਕਰ ਕੀਤਾ, ਭਗਤ ਧਰੂ, ਭਗਤ ਪ੍ਰਹਿਲਾਦ, ਔਰ ਇਸੇ ਤਰ੍ਹਾਂ ਰਾਜਾ ਬਲ, ਫਿਰ ਰਾਜਾ ਅੰਬਰੀਕ ਜੋ ਭਗਤ ਸੀ ਤ੍ਰੇਤੇ ਦੇ ਅਖੀਰ ਤੇ ਦੁਆਪਰ ਦੇ ਸ਼ੁਰੂ ਵਿੱਚ ਜੋ ਹੋਇਆ। ਸੋ ਇਸੇ ਤਰ੍ਹਾਂ ਹੁਣ ਅੱਗੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਰਾਜਾ ਜਨਕ ਦਾ ਜ਼ਿਕਰ ਕਰ ਰਹੇ ਹੈ। ਰਾਜਾ ਜਨਕ ਜੋ ਮਾਇਆ ਵਿੱਚ ਰਹਿੰਦਾ ਹੋਇਆ ਉਦਾਸ ਰਹਿੰਦਾ ਸੀ, ਮਾਇਆ ਤੋਂ ਉਪਰਾਮ ਭਗਤੀ ਕਰਕੇ, ਨਾਮ ਜਪ ਕੇ ਜਿਸ ਨੇ ਆਪਣਾ ਜੀਵਨ ਸਫਲ ਬਣਾਇਆ, ਤੇ ਜਦੋਂ ਦੇਵ ਲੋਕ ਨੂੰ ਗਿਆ, ਜਾਂਦਿਆਂ ਜਾਂਦਿਆਂ ਇਸ ਨੇ ਨਰਕ ਵੀ ਖਾਲੀ ਕਰਵਾ ਲਏ ਸਨ।
ਨਾਮ ਦੇ ਤੇਜ ਪ੍ਰਤਾਪ ਕਰਕੇ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਰਾਜਾ ਜਨਕ ਦੀ ਸਾਖੀ ਦਾ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਹੈ, ਸਰਵਣ ਕਰੀਏ। ਵਾਹਿਗੁਰੂ ਜੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਰਾਜਾ ਜਨਕ ਵੱਡਾ ਭਗਤ ਹੋਇਆ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜੋ ਮਾਇਆ ਵਿੱਚ ਰਹਿਣ ਵਾਲਾ ਸ੍ਰੇਸ਼ਟ ਗੁਰਮੁਖ ਸੀ ਅਤੇ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਉਪਰਾਮ ਰਹਿੰਦਾ ਸੀ। ਮਾਇਆ ਦੇ ਨਾਲ ਕੋਈ ਮੋਹ ਨਹੀਂ ਸੀ, ਭਾਵੇਂ ਮਹਿਲਾਂ ਵਿੱਚ ਰਹਿੰਦਾ ਸੀ ਪਰ ਸੀ ਪਰਮਾਤਮਾ ਦਾ ਭਗਤ। ਸੰਸਾਰ ਵਿੱਚ ਖਾਸ ਕਰਕੇ ਬਹੁਤਾਤ ਰਾਜੇ ਜਿਹੜੇ ਹੈ, ਜਦੋਂ ਉਹਨਾਂ ਨੂੰ ਰਾਜ ਭਾਗ ਮਿਲਦਾ ਉਹ ਜ਼ੁਲਮੀ ਬਣ ਜਾਂਦੇ, ਪ੍ਰਜਾ 'ਤੇ ਜ਼ੁਲਮ ਕਰਦੇ ਹੈ। ਪਰ ਰਾਜੇ ਜਨਕ ਵਰਗਾ ਕੋਈ ਸਿਮਰਨ ਬੰਦਗੀ ਕਰਨ ਵਾਲਾ ਵਿਰਲਾ ਹੀ ਹੁੰਦਾ ਹੈ। ਸੋ ਇਹ ਵੱਡਾ ਰਾਜਾ ਸੀ, ਭਗਤ ਸੀ ਪਰਮੇਸ਼ਰ ਦਾ, ਗੁਰਮੁਖ ਅਤੇ ਮਾਇਆ ਵਿੱਚ ਉਦਾਸ ਰਹਿਣ ਵਾਲਾ ਸੀ। ਦੇਵਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਜਦੋਂ ਰਾਜੇ ਜਨਕ ਦਾ ਅੰਤ ਸਮਾਂ ਆਇਆ, ਇਹ ਦੇਵਲੋਕ ਨੂੰ ਚੱਲਿਆ, ਤਾਂ ਫਿਰ ਇਹਦੇ ਸਤਿਕਾਰ ਦੇ ਵਿੱਚ ਬਹੁਤ ਸਾਰੇ ਗਣ ਗੰਧਰਵ ਜਿਹੜੇ ਸੁੱਖਾਂ ਨੂੰ ਕਰਨ ਵਾਲੇ, ਉਹ ਸਾਰੇ ਹੀ ਇਹਦੇ ਨਾਲ ਨੇ। ਦੇਵਲੋਕ ਨੂੰ ਜਾ ਰਿਹਾ ਹੈ ਅਤੇ ਸੁੱਖਾਂ ਨੂੰ ਪੈਦਾ ਕਰਨ ਵਾਲੇ, ਸੁੱਖਾਂ ਨੂੰ ਦੇਣ ਵਾਲੀ ਗਣਾਂ ਗੰਧਰਵਾਂ ਦੀ ਸਭਾ ਜਿਹੜੀ ਹੈ, ਉਹ ਰਾਜੇ ਜਨਕ ਦੇ ਨਾਲ ਹੀ ਹੈ। ਜਮਪੁਰ ਗਿਆ ਪੁਕਾਰ ਸੁਣ, ਵਿਲ ਲਾਵਨ ਜੀ ਨਰਕ ਨਿਵਾਸੀ। ਰਸਤੇ ਵਿੱਚ ਜਾਂਦਿਆਂ ਹੋਇਆਂ ਨਰਕਾਂ ਦੇ ਵਿੱਚ ਦੁੱਖ ਭੋਗ ਰਹੇ ਜੀਵਾਂ ਦੀ ਪੁਕਾਰ ਰਾਜੇ ਜਨਕ ਦੇ ਕੰਨੀ ਪਈ। ਰਾਜੇ ਦੇ ਮਨ ਵਿੱਚ ਦਇਆ ਆ ਗਈ, ਇਹ ਜੀਵ ਇੰਨੇ ਰੋਂਦੇ ਕਰਲਾਉਂਦੇ ਹੈ, ਪੁਕਾਰ ਕਰਦੇ ਹੈ। ਵਿਲ ਲਾਵਨ ਜੀ ਨਰਕ ਨਿਵਾਸੀ, ਨਰਕਾਂ ਦੇ ਵਾਸੀ ਜੀਵ ਰੋਂਦੇ ਹੈ, ਕੁਰਲਾਉਂਦੇ ਹੈ, ਪੁਕਾਰਾਂ ਕਰਦੇ ਹੈ। ਅਤੇ ਉਹਨਾਂ ਦੀ ਪੁਕਾਰ ਸੁਣ ਕੇ ਜਮਪੁਰੀ ਨੂੰ ਗਿਆ ਹੈ ਰਾਜਾ। ਧਰਮ ਰਾਏ ਨੂੰ ਆਖਿਓਨ, ਸਭਨਾਂ ਦੀ ਕਰ ਬੰਦ ਖਲਾਸੀ। ਰਾਜੇ ਜਨਕ ਨੇ ਧਰਮ ਰਾਜੇ ਨੂੰ ਬੇਨਤੀ ਕੀਤੀ ਹੈ, ਧਰਮ ਰਾਜਾ, ਆਹ ਜਿਹੜੇ ਜੀ ਨਰਕਾਂ ਵਿੱਚ ਪਏ ਰੋਂਦੇ ਕਰਲਾਉਂਦੇ ਹੈ, ਇਹਨਾਂ ਨੂੰ ਇੱਥੋਂ ਛੱਡ ਦੇ, ਕੈਦ ਵਿੱਚੋਂ, ਨਰਕਾਂ ਦੇ ਵਿੱਚੋਂ ਛੱਡ ਦੇ, ਕੱਢ ਦੇ, ਬਾਹਰ ਕੱਢ ਦੇ। ਸਭਨਾਂ ਦੀ ਕਰ ਬੰਦ ਖਲਾਸੀ, ਸਾਰਿਆਂ ਦੀ ਬੰਦ ਖਲਾਸੀ ਕਰ ਦੇ। ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਿਨਾਸੀ। ਧਰਮ ਰਾਜਾ ਬੇਨਤੀ ਕਰਨ ਲੱਗਾ, ਐ ਰਾਜਾ ਜਨਕ, ਮੈਂ ਤਾਂ ਮਾਲਕ ਨਾਸ਼ ਤੋਂ ਰਹਿਤ ਪਰਮਾਤਮਾ ਉਹਦਾ ਸੇਵਕ ਹਾਂ, ਉਹਦੇ ਹੁਕਮ ਦੇ ਵਿੱਚ ਰਹਿਣ ਵਾਲਾ ਹਾਂ। ਧਰਮ ਰਾਜਾ ਕਹਿੰਦਾ ਸਭ ਕੁਝ ਮੈਂ ਉਹਦੇ ਹੁਕਮ ਦੇ ਨਾਲ ਕਰਦਾ ਹਾਂ, ਅਤੇ ਸੇਵਕ ਮਾਲਕ ਦੇ ਹੁਕਮ ਦੀ ਉਲੰਘਣਾ ਕਿਵੇਂ ਕਰ ਸਕਦਾ ਹੈ। ਸੋ ਇਹ ਜਿਹੜੇ ਜੀਅ ਨੇ, ਇਹਨਾਂ ਨੇ ਨਾਮ ਨਹੀਂ ਜਪਿਆ, ਇਹ ਪਰਮੇਸ਼ਰ ਤੋਂ ਬੇਮੁਖ ਨੇ। ਸੋ ਇਹ ਲੋਕ ਪਾਪ ਕਰਮ ਕਰਦੇ ਰਹੇ, ਜਿਸ ਕਰਕੇ ਹੁਣ ਨਰਕਾਂ ਵਿੱਚ ਪਏ ਸਜ਼ਾ ਭੁਗਤ ਰਹੇ ਹੈ। ਮੈਂ ਤਾਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹਾਂ, ਮੈਂ ਇਹਨਾਂ ਦੀ ਬੰਦ ਖਲਾਸੀ ਨਹੀਂ ਕਰ ਸਕਦਾ।
ਹਾਂ ਕੋਈ ਇਹਦੇ ਇਵਜ ਵਿੱਚ ਕੁਝ ਦੇਣਾ ਪਵੇਗਾ। ਜੇ ਕੋਈ ਇਵਜ ਵਿੱਚ ਦੇ ਦਵੇ ਤੇ ਇਹਨਾਂ ਦੀ ਬੰਦ ਖਲਾਸੀ ਹੋ ਸਕਦੀ ਹੈ। ਗਹਿਣੇ ਤਰਿਉਨ ਇੱਕ ਨਾਉ, ਪਾਪਾਂ ਨਾਲ ਕਰੈ ਨਿਰਜਾਸੀ। ਰਾਜਾ ਜਨਕ ਧਰਮੀ ਰਾਜਾ ਸੀ ਤੇ ਧਰਮ ਰਾਜੇ ਨੂੰ ਕਹਿੰਦਾ ਹੈ ਕਿ ਜੋ ਇੱਕ ਪਰਮੇਸ਼ਰ ਦਾ ਨਾਮ ਮੈਂ ਜਪਿਆ ਹੈ, ਇੱਕ ਘੜੀ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਜਪੇ ਦਾ ਮਹਾਤਮ ਮੈਂ ਦਿੰਦਾ ਹਾਂ, ਤੇ ਇਹਨਾਂ ਦੇ ਜੋ ਪਾਪ ਕੀਤੇ ਹੈ ਉਹਨਾਂ ਦੇ ਨਾਲ ਤੂੰ ਨਿਰਣਾ ਕਰ ਲੈ ਵੀ ਬਰਾਬਰ ਹੋ ਜਾਂਦਾ ਹਿਸਾਬ ਕਿਤਾਬ ਕਿ ਨਹੀਂ। ਗਹਿਣੇ ਤਰਿਉਨ ਇੱਕ ਨਾਉ, ਇੱਕ ਨਾਮ ਇੱਕ ਘੜੀ ਨਾਮ ਜਪੇ ਦਾ ਫਲ ਮਹਾਤਮ ਰਾਜੇ ਜਨਕ ਨੇ ਧਰਮ ਰਾਜੇ ਕੋਲ ਗਹਿਣੇ ਰੱਖ ਦਿੱਤਾ। ਪਾਪਾਂ ਨਾਲ ਕਰੈ ਨਿਰਜਾਸੀ। ਹੁਣ ਜਿੰਨੇ ਜੀ ਨਰਕਾਂ ਦੇ ਜਿਹੜੇ ਪਾਪਾਂ ਦੀ ਸਜ਼ਾ ਭੁਗਤ ਰਹੇ ਆ, ਉਹਨਾਂ ਦੇ ਕੀਤੇ ਪਾਪ ਕਰਮਾਂ ਦੇ ਨਾਲ ਧਰਮ ਰਾਜਾ ਨਿਰਣਾ ਕਰਦਾ ਹੈ। ਇੱਕ ਤੱਕੜ ਵਿੱਚ ਉਹਨੇ ਇੱਕ ਘੜੀ ਨਾਮ ਜਪੇ ਦਾ ਫਲ ਮਹਾਤਮ ਪਾਇਆ ਹੈ। ਦੂਜੇ ਵਿੱਚ ਇਹਨਾਂ ਨਰਕਾਂ ਦੇ ਜਿਹੜੇ ਜੀ ਪਾਪ ਕਰਮ ਕੀਤੇ, ਇਹਨਾਂ ਦੇ ਪਾਪ ਕਰਮਾਂ ਨੂੰ ਪਾਇਆ ਹੈ। ਪਾਸੰਗ ਪਾਪ ਨ ਪੁੱਜਨੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਜਿੱਡਾ ਵੱਡਾ ਪਰਮਾਤਮਾ ਹੈ ਉਹਦਾ ਨਾਮ ਵੀ ਓਡਾ ਹੀ ਵੱਡਾ ਹੈ। ਜਦੋਂ ਧਰਮ ਰਾਜੇ ਨੇ ਤੋਲਿਆ, ਇੱਕ ਪਾਸੇ ਨਾਮ ਹੈ, ਇੱਕ ਪਾਸੇ ਨਰਕਾਂ ਦੇ ਜੀਵ ਜਿਨ੍ਹਾਂ ਦੇ ਕੀਤੇ ਪਾਪ ਹਨ, ਜਦੋਂ ਤੋਲਿਆ ਤੇ ਨਾਮ ਵਾਲਾ ਪਲੜਾ ਜਿਹੜਾ ਸੀ ਉਹ ਭਾਰੀ ਰਿਹਾ। ਪਾਪਾਂ ਵਾਲਾ ਜਿਹੜਾ ਪਲੜਾ ਸੀ ਨਾ ਉਹ ਉੱਚਾ ਚੱਕਿਆ ਗਿਆ, ਹੌਲਾ ਹੀ ਉੱਚਾ ਚੱਕਿਆ ਜਾਂਦਾ ਹੈ। ਭਾਵ ਜਿਹੜੇ ਪਾਪ ਨੇ ਨਾ ਉਹ ਹੌਲੇ ਨੇ, ਨਾਮ ਭਾਰਾ ਹੈ। ਭਾਰੇ ਤੋਂ ਭਾਵ ਵੀ ਨਾਮ ਦੇ ਬਰਾਬਰ ਉਹ ਪੁੱਜ ਹੀ ਨਹੀਂ ਸਕਦੇ ਪਾਪ ਜਿਹੜੇ ਨੇ। ਪਾਸੰਗ ਪਾਪ ਨਾ ਪੁੱਜਨੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ, ਨਾਮ ਦੇ ਭਾਰ ਦਾ ਸਾਰੇ ਨਰਕੀ ਜੀਵ ਉਹਦੀ ਬਰਾਬਰਤਾ ਨਾ ਕਰ ਸਕੇ। ਪਾਸੰਗ ਪਾਪ ਨਾ ਪੁੱਜਨੀ, ਜਿਹੜੇ ਪਾਪ ਸੀ ਨਾ ਨਾਮ ਦੇ ਬਰਾਬਰ ਨਹੀਂ ਪੁੱਜ ਸਕੇ, ਉਹਨੇ ਭਾਰੇ ਨਹੀਂ ਹੋ ਸਕੇ। ਗੁਰਮੁਖ ਜਨਕ ਰਾਜੇ ਨੇ ਨਾਮ ਜਪਿਆ, ਉਹ ਨਾਮ ਅਤੁੱਲ ਹੈ ਨਾ ਤੁਲਾਸੀ, ਉਹਨੂੰ ਕੋਈ ਤੋਲ ਨਹੀਂ ਸਕਦਾ। ਜਿਵੇਂ ਇੱਕ ਛੋਟੀ ਜਿਹੀ ਅੱਗ ਦੀ ਚਿਣਗ ਕਰੋੜਾਂ ਹੀ ਮਣ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ, ਦਗਤ ਕਰ ਦਿੰਦੀ ਹੈ, ਇਸ ਤਰ੍ਹਾਂ ਇੱਕ ਪਰਮੇਸ਼ਰ ਦਾ ਨਾਮ ਜਿਹੜਾ ਨਾ ਉਹ ਕਰੋੜਾਂ ਹੀ ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਇੱਕ ਛੋਟੀ ਜਿਹੀ ਅੱਗ ਦੀ ਚਿੰਗਾਰੀ ਹਜ਼ਾਰਾਂ ਪੰਡਾਂ ਰੂੰ ਦੀਆਂ ਸਾੜ ਕੇ ਰੱਖ ਦਿੰਦੀ ਹੈ। ਸੋ ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਨਾਮ ਦਾ ਮਹਾਤਮ ਹੈ। ਰਾਜੇ ਜਨਕ ਨੇ ਕਿਹਾ ਵੀ ਇੱਕ ਘੜੀ ਦਾ ਨਾਮ ਦਾ ਫਲ ਮਹਾਤਮ ਲੈ ਲਾ ਤੇ ਇਹਨਾਂ ਨੂੰ ਛੱਡ ਦੇ। ਉਹਨਾਂ ਦੇ ਪਾਪ ਕਰਮ ਸਾਰੇ ਹੀ ਖਤਮ ਹੋ ਗਏ। ਭਾਵ ਇਹ ਸੀ ਕਿ ਜਿਹੜਾ ਨਾਮ ਹੈ ਉਹਦਾ ਇੰਨਾ ਵੱਡਾ ਮਹਾਤਮ ਹੈ ਵੀ ਰਾਜੇ ਜਨਕ ਨੇ ਨਰਕ ਹੀ ਖਾਲੀ ਕਰਵਾ ਲਏ। ਇੱਕ ਘੜੀ ਪਰਮੇਸ਼ਰ ਦੇ ਨਾਮ ਸਿਮਰਨ ਦਾ ਏਡਾ ਵੱਡਾ ਮਹਾਤਮ ਹੈ। ਇੱਕ ਲੌਕਿਕ ਬਚਨ ਵੀ ਆਉਂਦਾ ਹੈ, ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਸਿਮਰਨ ਦਾ ਮਹਾਤਮ ਫਲ ਦਿੱਤਾ ਰਾਜੇ ਜਨਕ ਨੇ ਤੇ ਨਰਕ ਹੀ ਖਾਲੀ ਕਰਵਾ ਲਏ। ਸੋ ਉਹ ਬਰਾਬਰ ਹੀ ਨਹੀਂ ਉਹਨਾਂ ਦੇ ਪਾਪ ਪੁੱਜ ਸਕੇ, ਨਾਮ ਦੇ ਹੌਲੇ ਰਹਿ ਗਏ ਸਾਰੇ। ਨਰਕਹੁ ਛੁੱਟੇ ਜੀ ਜੰਤ, ਕੱਟੀ ਗਲਹੁ ਸਿਲਕ ਜਮ ਫਾਸੀ।
ਸਾਰੇ ਜੀ ਜੰਤ ਜਿਹੜੇ ਨੇ ਉਹ ਨਰਕਾਂ ਤੋਂ ਛੁੱਟ ਗਏ। ਰਾਜੇ ਜਨਕ ਨੇ ਉਹਨਾਂ ਦੀ ਬੰਦ ਖਲਾਸੀ ਕਰਵਾ ਦਿੱਤੀ। ਕੱਟੀ ਗਲਹੋਂ ਸਿਲਕ ਜਮ ਫਾਸੀ। ਸੋ ਜਮਾਂ ਦੀ ਜਿਹੜੀ ਕਰੜੀ ਫਾਹੀ ਇਹਨਾਂ ਜੀਵਾਂ ਦੇ ਗਲ ਵਿੱਚ ਪਈ ਹੋਈ ਸੀ, ਸਿਮਰਨ ਦੇ ਬਦਲੇ ਉਹ ਫਾਹੀ ਪਲਾਂ ਦੇ ਵਿੱਚ ਹੀ ਟੁੱਟ ਗਈ। ਮੁਕਤ ਜੁਗਤ ਨਾਵੈ ਦੀ ਦਾਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮੁਕਤ, ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਮਹਿਮਾ ਇੰਨੀ ਹੈ ਕਿ ਜਿਹੜੀ ਮੁਕਤੀ ਹੈ ਅਤੇ ਜੁਗਤ, ਹੋਰਾਂ ਨੂੰ ਮੁਕਤ ਕਰਨ ਦਾ ਤਰੀਕਾ, ਇਹ ਸਾਰੀਆਂ ਵਾਹਿਗੁਰੂ ਜੀ ਦੇ ਨਾਮ ਦੀਆਂ ਦਾਸੀਆਂ ਹਨ। ਪਰਮਾਤਮਾ ਦੇ ਨਾਮ ਦਾ ਇੰਨਾ ਵੱਡਾ ਮਹਾਤਮ ਹੈ। ਸੋ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਵੇਖੋ, ਰਾਜੇ ਜਨਕ ਨੇ ਸਿਮਰਨ ਦੀ ਬਰਕਤ ਦੇ ਨਾਲ ਨਰਕ ਖਾਲੀ ਕਰਵਾ ਲਏ, ਜੀਵ ਨਰਕਾਂ 'ਚੋਂ ਛੁਡਵਾ ਦਿੱਤੇ। ਰਾਜਾ ਜਨਕ ਵਰਗਾ ਮਾਇਆ ਵਿੱਚ ਉਦਾਸ ਰਵੇ। ਜਿਵੇਂ ਰਾਜਾ ਜਨਕ ਮਹਿਲ ਸੀ, ਰਾਜ ਸੀ, ਪਰ ਫਿਰ ਵੀ ਉਪਰਾਮ ਸੀ ਮਾਇਆ ਤੋਂ, ਮਾਇਆ ਨਾਲ ਉਹਦਾ ਕੋਈ ਮੋਹ ਨਹੀਂ ਸੀ। ਸੋ ਇੱਦਾਂ ਦਾ ਬ੍ਰਹਮ ਗਿਆਨੀ ਹੋਵੇ ਅਤੇ ਉਹ ਜੀਵਨ ਮੁਕਤੀ ਦਾ ਰਸ ਪ੍ਰਾਪਤ ਕਰੇ। ਫਿਰ ਜਿਵੇਂ ਰਾਜੇ ਜਨਕ ਨੇ ਪਰਉਪਕਾਰ ਕੀਤਾ, ਇਸੇ ਤਰ੍ਹਾਂ ਬ੍ਰਹਮ ਗਿਆਨੀ ਪਰਉਪਕਾਰ ਉਮਾਹ। ਜਿਹੜਾ ਬ੍ਰਹਮ ਗਿਆਨੀ ਸਤਿਪੁਰਸ਼ ਹੈ ਉਹ ਸਦਾ ਪਰਉਪਕਾਰ ਕਰੇ। ਜੀਵਾਂ ਦੀ ਰੋਂਦੇ ਕੁਰਲਾਉਂਦਿਆਂ ਦੀ ਆਵਾਜ਼ ਰਾਜੇ ਦੇ ਕੰਨੀ ਪਈ, ਮਨ ਵਿੱਚ ਤਰਸ ਆ ਗਿਆ ਅਤੇ ਸਾਰੇ ਛੁਡਵਾ ਦਿੱਤੇ। ਸੋ ਇਸ ਤਰ੍ਹਾਂ ਇਹ ਸਿੱਖਿਆ ਦਿੱਤੀ ਹੈ ਕਿ ਜਿਹੜਾ ਬ੍ਰਹਮ ਗਿਆਨੀ ਹੈ ਉਹ ਪਰਉਪਕਾਰ ਕਰਦਾ, ਉਹ ਪਰਾਏ ਦੀ ਪੀੜਾ ਨੂੰ ਕਦੇ ਵੀ ਸਹਾਰਦਾ ਨਹੀਂ ਹੈ। ਉਹ ਦੁੱਖ ਉਹਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ। ਸਿਆਣੇ ਕਹਿੰਦੇ ਹੈ ਵੀ ਸੰਤਾਂ ਦਾ ਜਿਹੜਾ ਹਿਰਦਾ ਹੁੰਦਾ ਨਾ, ਉਹ ਮੱਖਣ ਵਰਗਾ ਕੋਮਲ ਹੁੰਦਾ ਹੈ। ਤੁਲਸੀਦਾਸ ਜੀ ਕਹਿੰਦੇ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਮੱਖਣ ਨੂੰ ਆਪਣੇ ਆਪ ਨੂੰ ਸੇਕ ਲੱਗੇ ਤਾਂ ਪਿਘਲਦਾ ਹੈ। ਪਰਮੇਸ਼ਰ ਦੇ ਪਿਆਰਿਆਂ ਸੰਤਾਂ ਦਾ ਹਿਰਦਾ ਐਸਾ ਹੁੰਦਾ ਹੈ, ਸੇਕ ਕਿਸੇ ਦੂਜੇ ਨੂੰ ਲੱਗੇ ਤੇ ਹਿਰਦਾ ਉਹਨਾਂ ਦਾ ਪਿਘਲਦਾ ਹੈ। ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵਨ ਪਰ ਕਹਾ ਨਾ ਜਾਨਾ। ਕਿਹਾ ਜ਼ਰੂਰ ਕਵੀਆਂ ਨੇ, ਪਰ ਕਿਹਾ ਨਹੀਂ ਗਿਆ ਉਹਨਾਂ ਤੋਂ। ਇੰਨਾ ਕੋਮਲ ਹੁੰਦਾ ਹੈ, ਮੱਖਣ ਤੋਂ ਵੀ ਕੋਮਲ। ਸੋ ਸਿਮਰਨ ਦਾ ਸਦਕਾ ਹੀ ਮੁਕਤੀ ਮਿਲਦੀ ਹੈ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਸੋ ਪਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ। ਸੋ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ। ਹੁਣ ਅਗਲੀ 6ਵੀਂ ਪੌੜੀ ਦੇ ਵਿੱਚ ਰਾਜਾ ਹਰੀ ਚੰਦ ਹੋਇਆ ਖਾਲਸਾ ਜੀ, ਅਤੇ ਉਹਦੀ ਰਾਣੀ, ਉਹਦਾ ਨਾਮ ਸੀ ਤਾਰਾ। ਵੈਸੇ ਤਾਂ ਰਾਜਾ ਹਰੀ ਚੰਦ ਕਈ ਹੋਏ ਹੈ। ਇੱਕ ਰਾਜਾ ਹਰੀ ਚੰਦ ਜਿਹੜਾ ਸੱਤ ਪ੍ਰਤੱਗੀ ਸੀ ਉਹ ਵੀ ਹੋਇਆ ਹੈ। ਇਹ ਹੋਰ ਹੈ, ਤ੍ਰੇਤੇ ਯੁੱਗ ਦੇ ਵਿੱਚ ਇਹ ਹੋਇਆ ਰਾਜਾ ਹਰੀ ਚੰਦ। ਇਹਦੀ ਰਾਣੀ ਦਾ ਨਾਮ ਤਾਰਾ ਸੀ। ਰਾਜਾ ਪਰਮੇਸ਼ਰ ਦੇ ਵਿੱਚ ਭਰੋਸਾ ਨਹੀਂ ਸੀ ਰੱਖਦਾ, ਸਤ ਸੰਗਤ ਉਹਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ। ਉੱਥੇ ਹੀ ਨੇੜੇ ਨਗਰ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਸਾਧ ਸੰਗਤ ਵਿੱਚ ਮਿਲ ਕੇ ਕੀਰਤਨ ਕਰਿਆ ਕਰਦੇ ਸਨ, ਪਰਮਾਤਮਾ ਦੀਆਂ ਸਿਫਤਾਂ ਕਰਦੇ ਸਨ। ਅਤੇ ਜਦੋਂ ਰਾਤ ਨੂੰ ਰਾਜੇ ਨੇ ਸੌਂ ਜਾਣਾ ਅਤੇ ਰਾਣੀ ਨੇ ਉੱਠ ਕੇ ਰਾਤ ਨੂੰ ਸਾਧ ਸੰਗਤ ਵਿੱਚ ਜਾਣਾ, ਉੱਥੇ ਕੀਰਤਨ ਸੁਣਨਾ, ਪਰਮੇਸ਼ਰ ਦੀਆਂ ਸਿਫਤਾਂ ਸੁਣਨੀਆਂ, ਅਤੇ ਫਿਰ ਅੱਧੀ ਰਾਤ ਵੇਲੇ ਘਰੇ ਆ ਕੇ ਉਹਨੇ ਰਾਜੇ ਦੇ ਕੋਲ ਹੀ ਲੰਮੇ ਪੈ ਜਾਣਾ, ਸੌਂ ਜਾਣਾ। ਇੱਕ ਦਿਨ ਰਾਤ ਰਾਜੇ ਦੀ ਅੱਖ ਖੁੱਲ੍ਹੀ, ਉਹ ਜਾਗ ਆਈ ਅਤੇ ਰਾਣੀ ਉੱਥੇ ਹੈ ਹੀ ਨਹੀਂ ਸੀ। ਜਿੱਥੇ ਸੇਜ 'ਤੇ ਰਾਜਾ ਪਿਆ ਹੋਇਆ, ਨਾਲ ਦੀ ਸੇਜ ਵੇਖਦਾ ਵੀ ਖਾਲੀ ਹੈ। ਰਾਜਾ ਹੈਰਾਨ ਹੋ ਗਿਆ ਵੀ ਰਾਣੀ ਕਿੱਥੇ ਚਲੀ ਗਈ। ਰਾਤ ਦਾ ਵੇਲਾ ਹੈ, ਕਈ ਤਰ੍ਹਾਂ ਦੇ ਤੂਫਾਨ ਉਹਦੇ ਮਨ ਵਿੱਚ ਉੱਠੇ
ਪਰ ਉਹਨੇ ਗੱਲ ਮਨ ਵਿੱਚ ਹੀ ਰੱਖੀ ਵੀ ਰੌਲਾ ਨਾ ਪਵੇ। ਫਿਰ ਅਗਲੇ ਦਿਨ ਜਦੋਂ ਫਿਰ ਰਾਣੀ ਗਈ ਅਤੇ ਉਦੋਂ ਫਿਰ ਰਾਜਾ ਉੱਠਿਆ, ਧਿਆਨ ਰੱਖਿਆ ਉਹਨੇ। ਫਿਰ ਰਾਣੀ ਦੇ ਪਿੱਛੇ ਪਿੱਛੇ ਗਿਆ, ਕੀ ਵੇਖਦਾ ਹੈ ਵੀ ਰਾਣੀ ਸਾਧ ਸੰਗਤ ਵਿੱਚ ਜਾਂਦੀ ਹੈ। ਰਾਜਾ ਕੀ ਕਰਦਾ, ਜਦੋਂ ਰਾਣੀ ਖੜਾਵਾਂ ਲਾ ਕੇ ਸਾਧ ਸੰਗਤ ਵਿੱਚ ਚਲੀ ਜਾਂਦੀ ਹੈ, ਰਾਜਾ ਇੱਕ ਖੜਾਂ ਚੁੱਕ ਲਿਆਉਂਦਾ ਹੈ। ਸੋ ਸਾਰੀ ਕਥਾ ਦਾ ਭਾਈ ਸਾਹਿਬ ਜ਼ਿਕਰ ਕਰ ਰਹੇ ਨੇ, ਭਾਈ ਗੁਰਦਾਸ ਸਾਹਿਬ ਜੀ। ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾ ਲੋਚਨ ਰਾਣੀ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਰਾਜੇ ਹਰੀ ਚੰਦ ਦੇ ਘਰ ਦੇ ਵਿੱਚ ਸਾਰੇ ਹੀ ਸੁੱਖ ਸੀ। ਰਾਜਾ ਸੀ, ਮਹਿਲਾਂ ਦੇ ਵਿੱਚ ਰਹਿੰਦਾ ਹੈ, ਨੌਕਰ ਚਾਕਰ ਹਨ, ਹੋਰ ਸਾਰੇ ਸੁੱਖ ਧਨ ਪਦਾਰਥ ਸਾਰਾ ਕੁਝ ਹੈ ਰਾਜੇ ਦੇ ਘਰ ਦੇ ਵਿੱਚ। ਅਤੇ ਰਾਜੇ ਦੀ ਜਿਹੜੀ ਰਾਣੀ ਹੈ ਨਾ, ਤਾਰਾ ਉਹਦਾ ਨਾਮ ਹੈ, ਅਤੇ ਸੋਹਣੇ ਨੇਤਰਾਂ ਵਾਲੀ, ਨਕਸ਼ ਨੇਤਰਾਂ ਵਾਲੀ ਸੀ। ਸਾਧ ਸੰਗਤ ਮਿਲ ਗਾਵੰਦੇ, ਰਾਤੀ ਜਾਏ ਸੁਣੇ ਗੁਰਬਾਣੀ। ਨੇੜੇ ਹੀ ਰਾਜੇ ਦੀ ਨਗਰੀ ਦੇ ਵਿੱਚ ਜਿਹੜੇ ਪਰਮੇਸ਼ਰ ਦਾ ਭਜਨ ਕਰਨ ਵਾਲੇ ਹੈ, ਪ੍ਰੇਮੀ ਨੇਮੀ, ਸਾਧ ਸੰਗਤ ਵਿੱਚ ਮਿਲ ਕੇ ਸਾਰੇ ਕੀਰਤਨ ਗਾਉਂਦੇ ਹੈ, ਕੀਰਤਨ ਹੁੰਦਾ ਸੀ। ਅਤੇ ਰਾਣੀ ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਭਗਤੀ ਭਾਵਨਾ ਵਾਲੀ ਸੀ, ਉਹ ਵੀ ਰਾਤ ਨੂੰ ਜਦੋਂ ਰਾਜੇ ਨੇ ਸੌਂ ਜਾਣਾ ਅਤੇ ਉੱਠ ਕੇ ਗੁਰਬਾਣੀ ਸੁਣਨ ਚਲੀ ਜਾਂਦੀ ਸੀ, ਕੀਰਤਨ ਸੁਣਦੀ ਸੀ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ। ਰਾਣੀ ਕੀਰਤਨ ਸੁਣਨ ਚਲੀ ਗਈ ਇੱਕ ਦਿਨ, ਰਾਤ ਦਾ ਵੇਲਾ। ਰਾਣੀ ਦੇ ਜਾਣ ਤੋਂ ਪਿੱਛੋਂ ਰਾਜਾ ਜਾਗਿਆ। ਰਾਜੇ ਨੇ ਵੇਖਿਆ ਅੱਧੀ ਰਾਤ ਨਿਖੰਡ ਵਿਹਾਣੀ। ਅੱਧੀ ਰਾਤ ਬਰੋਬਰ ਭਾਵ ਪੂਰੀ ਬਤੀਤ ਹੋ ਚੁੱਕੀ ਸੀ, ਅੱਧੀ ਰਾਤ ਦਾ ਵੇਲਾ ਸੀ ਜਦੋਂ ਰਾਜੇ ਨੂੰ ਜਾਗ ਆਈ। ਰਾਣੀ ਦਿਸ ਨ ਆਵਈ, ਮਨ ਵਿੱਚ ਵਰਤ ਗਈ ਹੈ ਰਾਣੀ। ਜਦੋਂ ਅੱਧੀ ਰਾਤ ਵੇਲੇ ਰਾਜਾ ਜਾਗਿਆ, ਉਹਨੇ ਵੇਖਿਆ ਵੀ ਰਾਣੀ ਨਹੀਂ ਹੈ। ਜਦੋਂ ਰਾਣੀ ਨਜ਼ਰ ਨਾ ਆਈ, ਚਲੋ ਉਡੀਕ ਕੀਤਾ ਕਿਤੇ ਸਰੀਰਕ ਕਿਰਿਆ ਵਾਸਤੇ ਨਾ ਗਈ ਹੋਵੇ। ਇੱਧਰ ਉੱਧਰ ਵੇਖਿਆ ਅਤੇ ਰਾਣੀ ਸੇਜ 'ਤੇ ਨਹੀਂ ਸੀ। ਰਾਜੇ ਦੇ ਮਨ ਵਿੱਚ ਹੈਰਾਨੀ ਵਰਤ ਗਈ, ਹੈਰਾਨ ਹੋ ਗਿਆ ਰਾਜਾ ਕਿ ਰਾਣੀ ਕਿੱਥੇ ਚਲੀ ਗਈ। ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਏ, ਕਿਤੇ ਛੱਡ ਕੇ ਹੀ ਨਾ ਚਲੀ ਗਈ ਹੋਵੇ। ਅੱਧੀ ਰਾਤ ਦਾ ਵੇਲਾ, ਕਿਤੇ ਮਹਿਲਾਂ 'ਚ ਨਹੀਂ ਹੈ। ਸੋ ਰਾਜਾ ਬਹੁਤ ਜ਼ਿਆਦਾ ਹੈਰਾਨ ਹੋਇਆ ਵੀ ਹੈ ਕਿੱਥੇ ਗਈ ਹੈ ਰਾਣੀ। ਹੋਰਤ ਰਾਤੀ ਉੱਠ ਕੇ, ਚੱਲਿਆ ਪਿੱਛੇ ਤਰਲ ਜੁਆਣੀ। ਰਾਜੇ ਨੇ ਕਿਸੇ ਨੂੰ ਨਾ ਦੱਸਿਆ, ਇਹ ਗੱਲ ਆਪਣੇ ਮਨ ਵਿੱਚ ਹੀ ਰੱਖੀ। ਉਹ ਜਾਣਨਾ ਚਾਹੁੰਦਾ ਸੀ ਵੀ ਰਾਣੀ ਕਿੱਥੇ ਗਈ ਹੈ, ਆਵੇਗੀ। ਰਾਣੀ ਕੀਰਤਨ ਸੁਣ ਕੇ ਆਈ, ਸੇਜ 'ਤੇ ਸੌਂ ਗਈ। ਰਾਜਾ ਵੀ ਸਵੇਰੇ ਉੱਠਿਆ, ਵੇਖਿਆ ਰਾਣੀ ਹੈ। ਕੁਛ ਨਹੀਂ ਕਿਹਾ ਉਹਨੇ ਰਾਣੀ ਨੂੰ, ਪੁੱਛਿਆ ਤੱਕ ਨਹੀਂ ਵੀ ਤੂੰ ਰਾਤ ਮੈਨੂੰ ਜਾਗ ਆਈ ਸੀ, ਤੂੰ ਸੇਜ 'ਤੇ ਨਹੀਂ ਸੀ, ਕਿੱਥੇ ਗਈ ਸੀ। ਕੁਛ ਵੀ ਨਹੀਂ ਪੁੱਛਿਆ, ਸਿਰਫ ਆਪਣੇ ਮਨ ਵਿੱਚ ਇਹ ਗੱਲ ਰੱਖੀ। ਹੋਰਤ ਰਾਤੀ ਉੱਠ ਕੇ, ਭਾਈ ਗੁਰਦਾਸ ਜੀ ਕਹਿੰਦੇ ਹੋਰ ਰਾਤ ਭਾਵ ਜਦੋਂ ਦੂਜੀ ਰਾਤ ਹੋਈ ਨਾ, ਰਾਜੇ ਨੇ ਧਿਆਨ ਰੱਖਿਆ ਵੀ ਵੇਖਣਾ ਕਿ ਅੱਜ ਵੀ ਜਾਂਦੀ ਹੈ ਕਿਤੇ। ਹੋਰਤ ਰਾਤੀ ਉੱਠ ਕੇ, ਚੱਲਿਆ ਪਿੱਛੇ ਤਰਲ ਜਵਾਨੀ। ਰਾਜੇ ਨੇ ਸੌਣ ਦਾ ਬਹਾਨਾ ਜਿਹਾ ਬਣਾ ਲਿਆ ਵੀ ਜਿਵੇਂ ਸੁੱਤਾ ਹੋਵੇ, ਮਹਿਸੂਸ ਨਹੀਂ ਹੋਣ ਦਿੱਤਾ ਰਾਣੀ ਨੂੰ ਵੀ ਮੈਂ ਜਾਗਦਾ ਹਾਂ। ਦੂਜੀ ਰਾਤ ਰਾਜਾ ਸੁੱਤਾ ਹੈ। ਰਾਣੀ ਨੇ ਵੇਖਿਆ ਵੀ ਰਾਜਾ ਸੌਂ ਗਿਆ, ਉਹ ਹੌਲੀ ਉੱਠੀ, ਖੜਾਕ ਨਹੀਂ ਹੋਣ ਦਿੱਤਾ। ਆਪਣੇ ਪੈਰੀਂ ਉਹਨੇ ਖੜਾਵਾਂ ਪਾਈਆਂ ਵੀ ਹੌਲੀ ਹੌਲੀ ਉੱਥੋਂ ਤੁਰ ਪਈ। ਰਾਜੇ ਨੇ ਵੇਖਿਆ ਵੀ ਹੁਣ ਤੁਰ ਪਈ ਹੈ।
ਰਾਜਾ ਵੀ ਉੱਠ ਪਿਆ। ਚੱਲਿਆ ਪਿੱਛੇ ਤਰਲ ਜਵਾਨੀ, ਤੇ ਤਰਲ ਉਸ ਚੰਚਲ, ਜਿਹੜੀ ਚੰਚਲ ਤੇਜ਼ ਚਾਲ ਦੇ ਨਾਲ ਚੱਲਣ ਵਾਲੀ ਰਾਣੀ ਹੈ, ਜਵਾਨ ਹੈ। ਰਾਜਾ ਰਾਣੀ ਦੇ ਪਿੱਛੇ ਤੁਰ ਪਿਆ ਵੀ ਵੇਖਦਾ ਹਾਂ ਕਿੱਥੇ ਜਾਂਦੀ ਹੈ, ਕਿਹਦੇ ਕੋਲ ਜਾਂਦੀ ਹੈ, ਰਾਤ ਦਾ ਵੇਲਾ ਹੈ। ਅਥਵਾ ਚੱਲਿਆ ਪਿੱਛੇ ਤਰਲ ਜਵਾਨੀ, ਰਾਜਾ ਚੰਚਲ ਤੇਜ਼ ਚਾਲ ਦੇ ਨਾਲ ਚੱਲਣ ਵਾਲਾ ਰਾਣੀ ਦੇ ਪਿੱਛੇ ਤੁਰਿਆ ਚੱਲਿਆ ਹੈ, ਵੇਂਦਾ ਹੈ ਵੀ ਕਿੱਥੇ ਜਾ ਰਹੀ ਹੈ। ਰਾਣੀ ਬਹੁਤੀ ਸੰਗਤੀ, ਰਾਜੇ ਖੜੀ ਖੜਾਉ ਨੀਸਾਣੀ। ਰਾਣੀ ਸਾਧ ਸੰਗਤ ਵਿੱਚ ਜਾ ਪਹੁੰਚੀ, ਜਿੱਥੇ ਸਾਰੀ ਸੰਗਤ ਮਿਲ ਕੇ ਪਰਮੇਸ਼ਰ ਦੀਆਂ ਵਡਿਆਈਆਂ ਕਰਦੀ ਹੈ, ਸਿਫਤਾਂ ਕਰਦੀ ਹੈ, ਕੀਰਤਨ ਹੁੰਦਾ ਹੈ, ਭਜਨ ਗਾਇਆ ਜਾਂਦਾ ਹੈ। ਰਾਣੀ ਬਹੁਤੀ ਸੰਗਤੀ, ਰਾਣੀ ਜਦੋਂ ਸੰਗਤ ਵਿੱਚ ਪਹੁੰਚ ਗਈ। ਰਾਜੇ ਖੜੀ ਖੜਾਉ ਨੀਸਾਣੀ, ਰਾਜੇ ਨੇ ਕੀ ਕੀਤਾ, ਜਿੱਥੇ ਰਾਣੀ ਨੇ ਖੜਾਵਾਂ ਲਾਈਆਂ ਸੀ ਨਾ, ਸੰਗਤ ਤੋਂ ਬਾਹਰ ਹੀ ਸਾਰੇ ਖੜਾਵਾਂ ਜੋੜੇ ਲਾਉਂਦੇ ਹੈ। ਰਾਜੇ ਨੇ ਇੱਕ ਖੜਾਂ ਰਾਣੀ ਦੀ ਚੁੱਕ ਲਈ ਤੇ ਲੈ ਗਿਆ। ਰਾਜੇ ਖੜੀ, ਖੜੀ ਦਾ ਅਰਥ ਲੈ ਜਾਣਾ, ਮਾਝੇ 'ਚ ਬੋਲਦੇ ਆ ਜ਼ਿਆਦਾ। ਤੂੰ ਮੈਨੂੰ ਨਾਲ ਨਹੀਂ ਖੜਨਾ, ਮੈਨੂੰ ਨਾਲ ਨਹੀਂ ਲੈ ਕੇ ਜਾਣਾ। ਰਾਜੇ ਖੜੀ ਖੜਾਉ ਨਿਸ਼ਾਨੀ, ਇਹ ਨਿਸ਼ਾਨੀ ਲੈ ਗਿਆ ਵੀ ਜਦੋਂ ਆਊਗੀ ਮੈਂ ਪੁੱਛਾਂਗਾ ਵੀ ਤੇਰੀ ਖੜਾਂ ਕਿੱਥੇ ਹੈ। ਮੈਂ ਤਾਂ ਸੌਂ ਜਾਣਾ ਜਾ ਕੇ, ਰਾਣੀ ਫਿਰ ਆ ਕੇ ਸੌਂ ਜਾਏਗੀ। ਸਵੇਰੇ ਉੱਠ ਕੇ ਪੁੱਛਾਂਗਾ ਇਹਨੂੰ ਵੀ ਤੇਰੀ ਇੱਕ ਖੜਾਂ ਕਿੱਥੇ ਗਈ ਹੈ। ਸੋ ਉਹ ਖੜਾਂ ਜਿਹੜੀ ਸੀ ਨਿਸ਼ਾਨੀ ਰਾਜਾ ਲੈ ਆਇਆ, ਇਹ ਦੱਸਣ ਵਾਸਤੇ ਵੀ ਤੂੰ ਰਾਤ ਕਿੱਥੇ ਗਈ ਸੀ। ਸੋ ਉਦੋਂ ਫਿਰ ਮੈਂ ਤਾੜਨਾ ਕਰਾਂਗਾ ਤੇ ਫਿਰ ਮੈਂ ਦੰਡ ਦੇ ਸਕਾਂਗਾ। ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਉ ਪੁਰਾਣੀ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਸਾਰੀ ਸੰਗਤ ਉੱਠੀ ਹੈ ਤੇ ਰਾਣੀ ਨੇ ਬਾਹਰ ਆ ਕੇ ਆਪਣੀਆਂ ਖੜਾਵਾਂ ਵੇਖੀਆਂ ਤੇ ਉੱਥੇ ਇੱਕ ਖੜਾਂ ਨਹੀਂ ਸੀ ਹੈਗੀ। ਰਾਣੀ ਹੈਰਾਨ ਹੋ ਗਈ ਵੀ ਖੜਾਂ ਕਿੱਧਰ ਗਈ। ਸਾਧ ਸੰਗਤ ਨੂੰ, ਸੰਤ ਜਨਾਂ ਨੂੰ ਬੇਨਤੀ ਕੀਤੀ ਵੀ ਮੇਰੀ ਖੜਾਂ ਕੋਈ ਚੁੱਕ ਕੇ ਲੈ ਗਿਆ ਹੈ। ਮੈਂ ਤਾਂ ਰਾਜੇ ਨੂੰ ਦੱਸ ਕੇ ਵੀ ਨਹੀਂ ਆਉਂਦੀ। ਜੇ ਰਾਜਾ ਮੈਨੂੰ ਪੁੱਛੇਗਾ ਮੈਂ ਕੀ ਜਵਾਬ ਦੇਵਾਂਗੀ ਵੀ ਖੜਾਂ ਕਿੱਥੇ ਗਵਾਚੀ ਹੈ। ਰਾਣੀ ਦੀ ਬੇਨਤੀ ਨੂੰ ਸਾਰੀ ਸੰਗਤ ਨੇ ਸੁਣਿਆ। ਸਾਧ ਸੰਗਤ ਆਰਾਧਿਆ, ਫਿਰ ਸਾਧ ਸੰਗਤ ਨੇ ਆਰਾਧਨਾ ਕੀਤੀ, ਅਰਦਾਸ ਕੀਤੀ ਪਰਮਾਤਮਾ ਦੇ ਅੱਗੇ ਵੀ ਹੇ ਨਿਰੰਕਾਰ, ਰਾਣੀ ਦੀ ਖੜਾਂ ਪ੍ਰਾਪਤ ਹੋ ਜਾਵੇ। ਜਦੋਂ ਸਾਧ ਸੰਗਤ ਨੇ ਆਰਾਧਨਾ ਕੀਤੀ, ਜੋੜੀ ਜੁੜੀ ਖੜਾਉ ਪੁਰਾਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੀ ਅਰਦਾਸ ਪ੍ਰਵਾਨ ਹੋਈ। ਇੰਨੀ ਬਰਕਤ ਸਾਧ ਸੰਗਤ ਦੀ ਕਿ ਜਿੱਦਾਂ ਦੀ ਦੂਜੀ ਪਹਿਲੀ ਖੜਾਂ ਸੀ ਨਾ, ਜਿੰਨੀ ਕੁ ਪੁਰਾਣੀ, ਓਨੀ ਪੁਰਾਣੀ ਖੜਾਉ ਆ ਕੇ ਉੱਥੇ ਪ੍ਰਾਪਤ ਹੋ ਗਈ। ਉਹ ਜੋੜਾ ਬਣ ਗਿਆ ਖੜਾਵਾਂ ਦਾ, ਕਿਉਂਕਿ ਰਾਜਾ ਇੱਕ ਲੈ ਕੇ ਗਿਆ ਸੀ। ਹੁਣ ਇੱਕ ਜੇ ਬਿਲਕੁਲ ਨਵੀਂ ਖੜਾਂ ਹੋਵੇ, ਇੱਕ ਪੁਰਾਣੀ ਹੋਵੇ, ਉਹ ਪਤਾ ਲੱਗ ਜਾਂਦਾ ਵੀ ਇਹ ਖੜਾਂ ਪੁਰਾਣੀ ਹੈ, ਇਹ ਘਸੀ ਹੋਈ ਹੈ ਥੋੜ੍ਹੀ। ਸੋ ਬਿਲਕੁਲ ਇਨ ਬਿਨ ਉਹੋ ਜਿਹੀ ਖੜਾਂ ਜੁੜ ਗਈ। ਸੋ ਖੜਾਵਾਂ ਦਾ ਜੋੜਾ ਬਣ ਗਿਆ। ਰਾਣੀ ਨੇ ਸਾਧ ਸੰਗਤ ਦਾ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਖੜਾਵਾਂ ਪਾ ਕੇ ਆਪਣੇ ਘਰ ਮਹਿਲਾਂ ਦੇ ਵਿੱਚ ਆ ਗਈ, ਆ ਕੇ ਸੌਂ ਗਈ। ਰਾਜੇ ਡਿਠਾ ਚਲਤ ਇਹੋ, ਇਹ ਖੜਾਵ ਹੈ ਚੋਜ ਵਿਡਾਣੀ। ਜਦੋਂ ਸਵੇਰ ਹੋਈ, ਰਾਜਾ ਜਾਗਿਆ ਅਤੇ ਰਾਜੇ ਦੇ ਮਨ ਵਿੱਚ ਸੀ ਹੁਣ ਮੈਂ ਪੁੱਛਾਂਗਾ ਖੜਾਂ ਕਿੱਥੇ ਆ। ਰਾਜੇ ਨੇ ਜਦੋਂ ਹੇਠਾਂ ਨਜ਼ਰ ਮਾਰੀ ਤੇ ਉੱਥੇ ਦੋਵੇਂ ਖੜਾਵਾਂ ਪਈਆਂ ਸੀ ਰਾਣੀ ਦੀਆਂ। ਰਾਜੇ ਨੇ ਜਦ ਇਹ ਕੌਤਕ ਵੇਖਿਆ, ਇਹ ਖੜਾਂ ਹੈ ਚੋਜ ਵਿਡਾਣੀ, ਕਿ ਇਹ ਖੜਾਂ ਤਾਂ ਬੜੀ ਚੋਜ ਵਿਡਾਣੀ ਹੈ, ਅਚਰਜ ਕੌਤਕ ਵਾਲੀ ਹੈ। ਰਾਜੇ ਦੇ ਮਨ ਦੀ ਕੋਈ ਹੈਰਾਨੀ ਨਾ ਰਹੀ।
ਤੇ ਜਿਹੜੀ ਖੜਾਂ ਰਾਜਾ ਚੁੱਕ ਕੇ ਲੈ ਕੇ ਆਇਆ ਸੀ, ਜਿੱਥੇ ਰੱਖੀ ਸੀ ਲੁਕੋ ਕੇ, ਉੱਥੇ ਉਹਨੇ ਉਹ ਖੜਾਂ ਵੀ ਉੱਥੇ ਪਈ ਹੈ। ਤੇ ਰਾਣੀ ਦੀਆਂ ਵੀ 2 ਖੜਾਵਾਂ ਨੇ। ਰਾਜਾ ਵੇਖਦਾ ਹੈ ਵੀ ਉਹਨੇ ਉਹ ਖੜਾਂ ਲਿਆ ਕੇ ਮਿਲਾਈ, ਬਿਲਕੁਲ ਉਹੋ ਜੀ, ਕੋਈ ਫਰਕ ਨਹੀਂ। ਇਸ ਕੌਤਕ ਨੂੰ ਵੇਖ ਕੇ ਰਾਜਾ ਬਹੁਤ ਜ਼ਿਆਦਾ, ਰਾਜਾ ਹਰੀ ਚੰਦ ਹੈਰਾਨ ਹੋਇਆ। ਤੇ ਫਿਰ ਪੁੱਛਦਾ ਹੈ ਰਾਣੀ ਨੂੰ ਵੀ ਮੈਂ ਤਾਂ ਰਾਤੀ ਤੇਰੀ ਇੱਕ ਖੜਾਂ ਚੁੱਕ ਲਿਆਇਆ ਸੀ, ਮੈਨੂੰ ਦੱਸ ਵੀ ਆਹ ਖੜਾਂ ਕਿੱਥੋਂ ਲਈ ਹੈ। ਫਿਰ ਰਾਣੀ ਨੇ ਸਾਰੀ ਗੱਲ ਦੱਸ ਦਿੱਤੀ ਕਿ ਸਾਧ ਸੰਗਤ ਨੇ ਅਰਦਾਸ ਕੀਤੀ ਸੀ ਤੇ ਸਿਮਰਨ ਦੇ ਸਦਕਾ ਸੰਗਤ ਦੀ ਅਰਦਾਸ ਜਿਹੜੀ ਉਹ ਪ੍ਰਵਾਨ ਹੋਈ ਤੇ ਖੜਾਂ ਦੂਜੀ ਉਹੋ ਜਿਹੀ ਆ ਕੇ ਉੱਥੇ ਜੁੜ ਗਈ। ਤੇ ਮੈਂ ਇਹ ਖੜਾਵਾਂ ਪਾ ਕੇ ਘਰੇ ਆ ਗਈ ਹਾਂ। ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਮੇਰਾ ਪਿੱਛਾ ਕੀਤਾ, ਮੇਰੇ ਪਿੱਛੇ ਗਏ, ਮੇਰੀ ਖੜਾਂ ਲੈ ਕੇ ਆਏ, ਮੈਨੂੰ ਨਹੀਂ ਸੀ ਪਤਾ। ਮੈਂ ਤਾਂ ਸਾਧ ਸੰਗਤ ਨੂੰ ਬੇਨਤੀ ਕੀਤੀ। ਰਾਜੇ ਨੇ ਸੁਣਿਆ, ਇਹ ਕੌਤਕ ਵੇਖਿਆ ਖੜਾਂ ਵਾਲਾ, ਤੇ ਬਹੁਤ ਹੈਰਾਨ ਹੋਇਆ। ਤੇ ਫਿਰ ਉਹਨੇ ਸਾਧ ਸੰਗਤ ਦੀ ਮਹਿਮਾ ਤੇ ਵਡਿਆਈ ਨੂੰ ਰਾਜੇ ਨੇ ਜਾਣਿਆ ਕਿ ਇਹ ਮੇਰੀ ਰਾਣੀ ਜਿਹੜੀ ਹੈ ਉਹ ਸਹੀ ਥਾਂ 'ਤੇ ਸੰਗਤ ਵਿੱਚ ਜਾਂਦੀ ਹੈ, ਕੀਰਤਨ ਸੁਣਦੀ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਦੀ ਹੈ। ਰਾਜੇ ਨੇ ਕਿਹਾ ਵੀ ਮੈਂ ਵੀ ਹੁਣ ਸੰਗਤ ਕਰਨ ਜਾਇਆ ਕਰਾਂਗਾ। ਸਾਧ ਸੰਗਤ ਵਿਟਹੁ ਕੁਰਬਾਣੀ। ਰਾਜਾ ਸਾਧ ਸੰਗਤ ਤੋਂ ਕੁਰਬਾਨ ਹੁੰਦਾ ਹੈ, ਆਪਣੀ ਰਾਣੀ ਦਾ ਨਾਲੇ ਧੰਨਵਾਦ ਕਰਦਾ ਹੈ। ਰਾਜਾ ਵੀ ਸਤਸੰਗੀ ਬਣ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਸਾਧ ਸੰਗਤ ਤੋਂ ਸਦਾ ਕੁਰਬਾਨ ਜਾਓ, ਸਦਾ ਹੀ ਸਾਧ ਸੰਗਤ ਤੋਂ ਬਲਿਹਾਰ ਜਾਈਏ। ਵੇਖੋ ਰਾਣੀ ਨੇ ਰਾਜੇ ਨੂੰ ਵੀ ਆਪਣੇ ਵਰਗਾ ਸਤਸੰਗੀ ਬਣਾ ਲਿਆ, ਉਹ ਵੀ ਨਾਮ ਜਪਣ ਲੱਗ ਪਿਆ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿਣ ਲੱਗ ਪਿਆ। ਹੁਣ ਇਹ ਘਟਨਾ ਹਰੇਕ ਦੇ ਨਾਲ ਨਹੀਂ ਵਾਪਰਦੀ। ਤੁਸੀਂ ਕਹੋ ਵੀ ਸਾਡੀਆਂ ਚੱਪਲਾਂ ਕੋਈ ਚੱਕ ਕੇ ਲੈ ਗਿਆ ਤੇ ਕਰੋ ਅਰਦਾਸ। ਰਾਣੀ ਦੇ ਮਨ ਵਰਗੀ ਜੇ ਭਾਵਨਾ ਹੋਊ ਤੇ ਆ ਜਾਊ। ਤਾਰਾ ਰਾਣੀ ਦੇ ਅੰਦਰ ਭਗਤ ਪ੍ਰਹਿਲਾਦ ਵਰਗਾ ਦ੍ਰਿੜ ਵਿਸ਼ਵਾਸ ਸੀ, ਭਰੋਸਾ ਸੀ, ਤਾਂ ਇਹ ਸਭ ਕੁਝ ਹੋਇਆ। ਹੁਣ ਉਹੋ ਜਿਹਾ ਭਰੋਸਾ ਤੇ ਉਹੋ ਜਿਹਾ ਵਿਸ਼ਵਾਸ ਲਿਆਉਣਾ ਬਹੁਤ ਔਖਾ ਹੈ, ਬਹੁਤ ਕਠਿਨ ਗੱਲ ਹੈ। ਭਾਈ ਲਾਲੋ ਨੇ ਮਹਾਰਾਜ ਨੂੰ ਸੁੱਕੀ ਕੋਧਰੇ ਦੀ ਜਿਹੜੀ ਰੋਟੀ ਸੀ, ਮਹਾਰਾਜ ਨੇ ਜਦੋਂ ਕਿਹਾ ਤਾਂ ਉਹੀ ਛਕਾਈ। ਉਹ ਸਾਰੀ ਇਤਿਹਾਸ ਦੀ ਜੋ ਵਾਰਤਾ ਤੁਸੀਂ ਜਾਣਦੇ ਹੋ, ਪਰ ਉਹਦੇ ਵਰਗਾ, ਭਾਈ ਲਾਲੋ ਵਰਗਾ ਹਿਰਦਾ ਪ੍ਰੇਮ ਵਾਲਾ ਉਹ ਕਿੱਥੋਂ ਮਿਲਣਾ ਹੈ। ਸੋ ਇਸ ਲਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰੂ ਕੀ ਬਾਣੀ ਪੜ੍ਹਿਆ ਕਰੋ, ਕੀਰਤਨ ਸੁਣਿਆ ਕਰੋ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇੱਥੇ ਤੇ ਸੁੱਕੇ ਵੀ ਹਰੇ ਹੋ ਜਾਂਦੇ ਹੈ, ਪ੍ਰਤੱਖ ਵੀ। ਤੇ ਜਿਨ੍ਹਾਂ ਦਾ ਜੀਵਨ ਸੁੱਕ ਜਾਏ, ਕੁਮਲਾ ਜਾਏ, ਮੁਰਝਾ ਜਾਏ, ਜਦੋਂ ਸਾਧ ਸੰਗਤ ਵਿੱਚ ਮਿਲ ਕੇ ਸਿਮਰਨ ਬੰਦਗੀ ਕਰਦੇ, ਉਹਨਾਂ ਦਾ ਜੀਵਨ ਪ੍ਰਫੁੱਲਤ ਹੋ ਜਾਂਦਾ ਹੈ। ਗੁਣਾਂ ਦੀ ਫਸਲ ਖਿੜ ਪੈਂਦੀ ਹੈ, ਜੀਵਨ ਵਿੱਚ ਗੁਣ ਆ ਜਾਂਦੇ ਹੈ। ਸੋ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸਾਧ ਸੰਗਤ ਦੀ ਮਹਿਮਾ ਤੇ ਸਾਧ ਸੰਗਤ ਕਰਨ ਦਾ ਉਪਦੇਸ਼ ਦਿੰਦੇ ਹੈ। ਗੁਰਮੁਖੋ ਸਾਧ ਸੰਗਤ ਜ਼ਰੂਰ ਕਰਿਆ ਕਰੋ। ਸਾਧ ਸੰਗਤ ਹੀ ਮਨੁੱਖ ਦੇ ਜੀਵਨ ਨੂੰ ਪਾਰ ਲਾਉਂਦੀ ਹੈ। ਸਾਡੇ ਜੀਵਨ ਦੇ ਵਿੱਚੋਂ ਔਗਣ ਦੂਰ ਹੁੰਦੇ ਹੈ। ਸਾਧ ਸੰਗਤ ਦੇ ਵਿੱਚੋਂ ਅਸੀਂ ਗੁਣਾਂ ਨੂੰ ਗ੍ਰਹਿਣ ਕਰਨਾ ਹੁੰਦਾ। ਫਿਰ ਸਾਧ ਸੰਗਤ ਦੇ ਵਿੱਚ ਜੁੜੀਆਂ ਹੋਈਆਂ ਰੂਹਾਂ ਬੈਠੀਆਂ ਹੁੰਦੀਆਂ ਨੇ, ਜਿਹੜੀਆਂ ਬੰਦਗੀ ਵਾਲੀਆਂ, ਉਹਨਾਂ ਦੀ ਸੰਗਤ ਕਰਕੇ ਤੇ ਆਪਣਾ ਜੀਵਨ ਸਫਲ ਹੋ ਜਾਂਦਾ ਹੈ। ਇਸੇ ਲਈ ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ ਹੈ, ਕਬੀਰ ਏਕ ਘਰੀ ਆਦਿ ਕਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜੇ ਬਹੁਤਾ ਨਹੀਂ, ਇੱਕ ਘੜੀ ਸਾਧ ਸੰਗਤ ਕਰ ਲਿਆ ਕਰ।
ਘੜੀ ਵਿਦਵਾਨਾਂ ਨੇ 24 ਮਿੰਟਾਂ ਦੀ ਮੰਨੀ ਹੈ ਕਿ 24 ਕੁ ਮਿੰਟ ਦੀ ਇੱਕ ਘੜੀ ਹੁੰਦੀ ਹੈ। ਜੇ ਬੰਦਾ ਕਵੇ ਵੀ ਨਹੀਂ ਮੇਰੇ ਕੋਲ ਤਾਂ ਇੰਨਾ ਵੀ ਸਮਾਂ ਨਹੀਂ, ਕੰਮ ਕਾਰ ਬਾਹਲੇ ਜ਼ਿਆਦਾ, ਨਹੀਂ ਇੰਨਾ ਸਮਾਂ ਨਹੀਂ ਮੈਂ ਕੱਢ ਸਕਦਾ, ਅਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅੱਧੀ ਘੜੀ, ਫਿਰ ਅੱਧੀ ਘੜੀ ਸਿਮਰਨ ਕਰ ਲਿਆ ਕਰ, ਕਰਿਆ ਤੇ ਕਰ ਕੁਝ ਨਾ ਕੁਝ, 2 ਕਦਮ ਨਹੀਂ ਚੱਲਣਾ ਤੇ 1 ਕਦਮ ਹੀ ਚੱਲ, ਕਿਉਂਕਿ ਮੰਜ਼ਿਲ ਵੱਲ ਪੁੱਟਿਆ ਹੋਇਆ ਉਹ ਕਦਮ ਤੇਰੀ ਮੰਜ਼ਿਲ ਤੇਰੇ ਨੇੜੇ ਆਵੇਗੀ, ਤੂੰ ਮੰਜ਼ਿਲ ਵੱਲ ਵਧੇਂਗਾ। ਅੱਧੀ ਘੜੀ 12 ਮਿੰਟ ਹੀ ਕਿਤੇ ਸਤ ਸੰਗਤ ਕਰ ਲਿਆ ਕਰ, ਇਕਾਗਰ ਚਿੱਤ ਹੋ ਕੇ ਸਿਮਰਨ ਕਰਿਆ ਕਰ। ਜੇ ਬੰਦਾ ਕਵੇ ਵੀ ਨਹੀਂ ਇੰਨਾ ਸਮਾਂ ਵੀ ਨਹੀਂ ਹੈ ਮੇਰੇ ਕੋਲ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਆਧੀ ਹੂੰ ਤੇ ਆਦ, ਵੀ ਅੱਧੀ ਤੋਂ ਵੀ ਅੱਧੀ ਘੜੀ ਦਾ ਚੌਥਾ ਹਿੱਸਾ, ਇੰਨਾ ਕੁ ਸਮਾਂ ਹੀ ਗੁਰੂ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ ਮਿਲ ਕੇ ਬਹਿ ਜਿਆ ਕਰ, ਸਿਮਰਨ ਕਰਿਆ ਕਰ। ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ, ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਬੈਠਣਾ, ਉਹਨਾਂ ਦੇ ਬਚਨ ਸੁਣਨੇ, ਵਿਚਾਰ ਕਰਨੀ, ਅੰਮ੍ਰਿਤ ਬਚਨ ਸੁਣਨੇ, ਇਹ ਜਿੰਨਾ ਚਿਰ ਸਤ ਸੰਗਤ ਕਰੇਗਾ ਇਹ ਲਾਭ ਹੀ ਲਾਭ ਹੈ, ਇਹਦੇ ਵਿੱਚ ਘਾਟਾ ਕੋਈ ਨਹੀਂ, ਇਹ ਘਾਟੇ ਵਾਲਾ ਸੌਦਾ ਨਹੀਂ ਹੈ, ਇੱਥੇ ਤੈਨੂੰ ਲਾਭ ਹੀ ਮਿਲਣਾ ਹੈ। ਇਸ ਲਈ ਸੰਗਤ ਦਾ ਗੁਣ ਬਹੁਤ ਵੱਡਾ ਹੁੰਦਾ ਹੈ। ਸੰਗਤ ਕੋ ਗੁਣ ਬਹੁਤ ਅਦਕਾਈ, ਪੜ ਸੂਆ ਗਨਕ ਉਦਾਰੇ, ਉਹ ਵੀ ਅੱਗੇ ਕਥਾ ਆ ਜਾਣੀ ਹੈ, ਅਤੇ ਮਹਾਰਾਜ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਕੀਤਾ ਹੈ ਵੀ ਸੰਗਤ ਹੀ ਮਿਲੀ ਸੀ ਗਨਕਾਂ ਨੂੰ ਸਾਧੂ ਦੀ, ਅਤੇ ਜਿੱਥੇ ਤੋਤੇ ਨੂੰ ਉਹ ਪੜ੍ਹਾਉਂਦੀ ਰਹੀ ਰਾਮ ਨਾਮ, ਉਹ ਆਪ ਵੀ ਗਈ ਬੈਕੁੰਠ ਬਿਬਾਨ ਚੜ੍ਹ, ਨਰਕੈ ਵਿੱਚ ਨਾ ਖਾਧੋ ਸੁਗੋਤਾ, ਸੋ ਉਹ ਵੀ ਮੁਕਤ ਹੋ ਗਈ। ਇਸ ਲਈ ਸਤ ਸੰਗਤ ਵਿੱਚ ਆਵਾਂਗੇ, ਸਾਧ ਸੰਗਤ ਦਾ, ਗੁਰੂ ਦੇ ਸ਼ਬਦ ਦਾ ਪ੍ਰਭਾਵ ਸਾਡੇ ਮਨ 'ਤੇ ਪਵੇਗਾ। ਇਹ ਮਨ ਬੁਰਾਈਆਂ ਵਾਲੇ ਪਾਸੇ ਤੋਂ ਮੋੜਾ ਖਾ ਕੇ ਪਰਉਪਕਾਰ ਲਈ, ਭਲੇ ਕੰਮਾਂ ਲਈ ਉਸ ਵਾਲੇ ਪਾਸੇ ਜਾਵੇਗਾ। ਸੋ ਇਸ ਲਈ ਸਾਧ ਸੰਗਤ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਕਰਨੀ ਚਾਹੀਦੀ ਹੈ। ਗੁਰੂ ਮਿਹਰ ਕਰਨ, ਸਤਿਗੁਰੂ ਕਿਰਪਾ ਕਰਨ। ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਰਾਜੇ ਡਿੱਠਾ ਚਲਤ ਇਹੋ, ਇਹ ਖੜਾਵ ਹੈ ਚੋਜ ਵਿਡਾਣੀ, ਸਾਧ ਸੰਗਤ ਵਿਟਹੁ ਕੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।